ਉਹਨਾਂ ਦਾ ਪਹਿਲੇ ਦਿਨ ਤੋਂ ਹੀ ਮਨਸ਼ਾ ਹੈਗਾ 1947 ਦੀ ਜਿਹੜੀ ਸੱਤਾ ਤਬਦੀਲੀ ਹੋਈ ਆ ਉਹ ਤੋਂ ਬਾਅਦ ਲਗਾਤਾਰ ਸਿੱਖ ਉਹਨਾਂ ਦੇ ਨਿਸ਼ਾਨੇ ਤੇ ਆ ਸੋ ਕਿਸੇ ਵੀ ਤਰ੍ਹਾਂ ਵਿਚਾਰਧਾਰਕ ਤੌਰ ਤੇ ਧਾਰਮਿਕ ਰਾਜਨੀਤਿਕ ਤੌਰ ਤੇ ਜਿਹੜਾ ਉਹਨਾਂ ਦੇ ਦੁਆਲੇ ਵਲੇਮਾ ਘੜਿਆ ਜਾ ਰਿਹਾ ਉਹਦਾ ਅੰਤਮ ਇਹ ਆਉਣਾ ਕਿਤੇ ਅਫਸਰਸ਼ਾਹੀ ਦਾ ਤੇ ਇੰਡੀਅਨ ਸਟੇਟ ਦਾ ਕਰਨਾ। ਹਾਲ ਦੀ ਘੜੀ ਸਿੱਖਾਂ ਦੀ ਵੱਡੀ ਮੈਜੋਰਿਟੀ ਜਾਂ ਵਿਰੋਧ ਜਾਂ ਏਕਤਾ ਕਰਕੇ ਉਹ ਆਪਣੇ ਮਨਸ਼ਿਆਂ ਨੂੰ ਪੂਰਾ ਕਰਨ ਵਿੱਚ ਉਹਨਾਂ ਨੂੰ ਰੁਕਾਵਟਾਂ ਆ ਰਹੀਆਂ ਨੇ ਪਰ ਉਹਨਾਂ ਦਾ ਅੰਤਮ ਨਿਸ਼ਾਨਾ ਇਹੋ ਹੀ ਹੈ ਚਾਹੇ 100 ਸਾਲ ਲੱਗ ਜਾਣ 100 ਸਾਲਾਂ ਤੋਂ ਬਾਅਦ। ਹੁਣ ਜਗਦੀਸ਼ ਸਿੰਘ ਝਿੰਡਾ ਤੇ ਬਲਜੀਤ ਸਿੰਘ ਦਾਦੂਵਾਲ ਨੇ ਅੱਡੀ ਚੋਟੀ ਦਾ ਜ਼ੋਰ ਲਾਇਆ, ਹਰਿਆਣੇ ਦੀ ਕਮੇਟੀ ਰਹੀ ਹੈ ਨਾ, ਤੇ ਅੱਜ ਉਹ ਕਿੱਥੇ ਖੜੇ ਨੇ? ਅਗਲਿਆਂ ਨੇ ਭਗਾ ਕੇ ਮਾਰੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁਖੀ ਆ ਜਿਹੜਾ ਗੈਰ ਸਿੱਖ ਨੂੰ ਲਾਉਣਾ ਚਾਹੇ 100 ਸਾਲ ਨੂੰ ਹੋਵੇ ਜਾਂ 200 ਸਾਲ ਨੂੰ ਹੋਵੇ ਤਾਂ ਆਪਣੇ ਕਬਜ਼ੇ 'ਚ ਰੱਖਿਆ। ਉਹਦੀ ਲੀਡਰਸ਼ਿਪ ਕਿਹੜਾ ਬੰਦਾ ਫੜਨਾ, ਕਿਹਨੂੰ ਕੁੱਟਣਾ, ਕਿਹਨੂੰ ਜੇਲ੍ਹ ਪਾ ਦੇਣੀ ਆ, ਕਿਹਨੂੰ ਫਿਰ ਪਤਿਆ ਕੇ ਆਪਣੇ ਨਾਲ ਲਾ ਲੈਣਾ। ਅਵਤਾਰ ਸਿੰਘ ਜੀ, ਸ਼ੁਰੂਆਤ ਅੱਜ ਆਪਾਂ ਕਰਨੀ ਹੈਗੀ ਹੈ ਕਿ ਪਿਛਲੇ ਦਿਨ ਹੀ ਜਿਹੜਾ ਅਭਿਜੀਤ ਰਾਓ ਇੱਕ ਗੈਰ ਸਿੱਖ ਹੈ ਉਸਨੂੰ ਸੱਚਖੰਡ ਸ੍ਰੀ ਹਜੂਰ ਸਾਹਿਬ ਦੇ ਬੋਰਡ ਦਾ ਜਿਹੜਾ ਹੈ ਚੇਅਰਮੈਨ ਲਗਾਇਆ ਗਿਆ। ਹੁਣ ਜਿਹੜੇ ਲੋਕ ਇਹ ਕਹਿੰਦੇ ਨੇ ਕਿ ਭਾਰਤੀ ਜਨਤਾ ਪਾਰਟੀ ਜਾਂ ਜਿਹੜੀਆਂ ਸਰਕਾਰਾਂ ਨੇ ਸਿੱਖਾਂ ਦੇ ਧਾਰਮਿਕ ਮਾਮਲਿਆਂ ਦੇ ਵਿੱਚ ਦਖਲਅੰਦਾਜ਼ੀ ਨਹੀਂ ਕਰਦੀਆਂ, ਉਹਨਾਂ ਨੂੰ ਇਹ ਚੀਜ਼ ਜਿਹੜੀ ਹੈ ਕਿਤੇ ਨਾ ਕਿਤੇ ਸੋਚਣੀ ਪਵੇਗੀ ਕਿ ਕੀ ਇਹ ਸਿੱਧੀ ਦਖਲਅੰਦਾਜ਼ੀ ਨਹੀਂ, ਕੀ ਇੱਕ ਗੈਰ ਸਿੱਖ ਬੰਦਾ ਸਿੱਖਾਂ ਦੇ ਇਸ ਪਵਿੱਤਰ ਸਥਾਨ ਦਾ ਜਿਹੜਾ ਹੈ ਉਹਦਾ ਚੇਅਰਮੈਨ ਹੋਣਾ ਚਾਹੀਦਾ ਹੈ। ਇਸ ਤੋਂ ਬਾਅਦ ਵੱਡੇ ਪੱਧਰ ਦੇ ਉੱਤੇ ਜਿਹੜਾ ਹੈ ਪੰਥਕ ਸ਼ਖਸੀਅਤਾਂ ਦੇ ਵੱਲੋਂ ਵਿਰੋਧ ਹੁੰਦਾ ਹੈ ਤੇ ਹੁਣੇ ਜਿਹੜੀਆਂ ਖਬਰਾਂ ਆ ਰਹੀਆਂ ਨੇ ਕਿ ਸਰਕਾਰ ਨੇ ਜਿਹੜਾ ਹੈ ਆਪਣਾ ਜਿਹੜਾ ਫੈਸਲਾ ਹੈ ਉਹ ਵਾਪਸ ਲੈ ਲਿਆ ਹੈਗਾ ਹੈ ਤੇ ਇਸ ਤੋਂ ਬਾਅਦ ਜਿਹੜਾ ਹੈਗਾ ਵਿਜੇ ਸਤਬੀਰ ਸਿੰਘ ਹੋਣਾ ਨੂੰ ਜਿਹੜਾ ਹੈ ਬੋਰਡ ਦਾ ਚੇਅਰਮੈਨ ਲਾਇਆ ਜਾਵੇਗਾ। ਸਰਦਾਰ ਅਵਤਾਰ ਸਿੰਘ ਜੀ, ਕੀ ਇਹ ਬਾਰ-ਬਾਰ ਜਿੱਦਾਂ ਵੀ ਚੁੰਡੀ ਵੱਢ ਕੇ ਵੇਖਦੇ ਆ, ਕੀ ਚੱਕਰ ਆ? ਨਹੀਂ, ਅਸਲ 'ਚ ਕੱਲੀ ਚੁੰਡੀ ਨਹੀਂ ਹੈਗੀ, ਮੈਨੂੰ ਲੱਗਦਾ ਵੀ ਉਹਨਾਂ ਦਾ ਮਨਸ਼ਾ ਹੀ ਇਹ ਹੈ, ਉਹਨਾਂ ਦਾ ਅੰਤਮ ਨਿਸ਼ਾਨਾ ਇਹੋ ਹੀ ਹੈ ਜੀ, ਹਨਾ ਵੀ। ਸੋ ਉਹਨਾਂ ਨੇ ਗੁਰਦੁਆਰਾ ਕਮੇਟੀ ਨਾਲ ਸੰਬੰਧਿਤ ਡੈਮੋਕ੍ਰੈਟਿਕ ਪ੍ਰੋਸੈਸ ਚਾਹੇ ਵੋਟਾਂ ਪਾ ਕੇ ਪ੍ਰਧਾਨ ਚੁਣਨ ਦਾ ਇੱਕ ਪ੍ਰੋਸੈਸ ਬੇਸ਼ੱਕ ਸ਼ੁਰੂ ਕਰ ਲਿਆ ਪਰ 1947 ਤੋਂ ਬਾਅਦ ਉਹਨਾਂ ਦਾ ਲਗਾਤਾਰ ਇਹ ਟ੍ਰੈਂਡ ਆ ਵੀ ਗੁਰਦੁਆਰਿਆਂ ਦੇ ਉੱਤੇ ਜਿਹੜਾ ਕਬਜ਼ਾ ਹੈ ਉਹ ਕਿਤੇ ਨਾ ਕਿਤੇ ਅਫਸਰਸ਼ਾਹੀ ਦਾ ਤੇ ਇੰਡੀਅਨ ਸਟੇਟ ਦਾ ਕਰਨਾ। ਹਾਲ ਦੀ ਘੜੀ ਸਿੱਖਾਂ ਦੀ ਵੱਡੀ ਮੈਜੋਰਿਟੀ ਜਾਂ ਵਿਰੋਧ ਜਾਂ ਏਕਤਾ ਕਰਕੇ ਉਹ ਆਪਣੇ ਮਨਸ਼ਿਆਂ ਨੂੰ ਪੂਰਾ ਕਰਨ ਵਿੱਚ ਉਹਨਾਂ ਨੂੰ ਰੁਕਾਵਟਾਂ ਆ ਰਹੀਆਂ ਨੇ ਪਰ ਉਹਨਾਂ ਦਾ ਅੰਤਮ ਨਿਸ਼ਾਨਾ ਇਹੋ ਹੀ ਹੈ ਚਾਹੇ 100 ਸਾਲ ਲੱਗ ਜਾਣ 100 ਸਾਲਾਂ ਤੋਂ ਬਾਅਦ। ਮਤਲਬ ਕਿਤੇ ਨਾ ਕਿਤੇ ਜਿਹੜਾ ਆਪਾਂ ਕਹੀਏ ਕਿ ਜਿਸ ਚੋਂ ਸਿੱਖ ਬਾਹਰ ਆਏ ਨੇ, ਚਾਹੇ ਸਿੰਘ ਸਭਾ ਲਹਿਰ ਹੋਈ ਜਾਂ ਉਸ ਤੋਂ ਬਾਅਦ ਜਿਹੜੀ ਇੱਕ ਆਵਾਜ਼ ਉੱਠੀ ਸੀ ਕਿ ਮਹੰਤਾਂ ਨੂੰ ਬਾਹਰ ਕੱਢਣਾ, ਉਹਨਾਂ ਦਾ ਮੇਨ ਨਿਸ਼ਾਨਾ ਹੀ ਹੈ ਕਿਤੇ ਨਾ ਕਿਤੇ ਸਿੱਖ ਸੰਸਥਾਵਾਂ ਤੇ ਜਿਹੜਾ ਕਬਜ਼ੇ ਕਰਨੇ। ਹਾਂਜੀ, ਬਿਲਕੁਲ ਬਿਲਕੁਲ। ਸੋ ਉਹਨਾਂ ਦਾ ਪਹਿਲੇ ਦਿਨ ਤੋਂ ਹੀ ਮਨਸ਼ਾ ਹੈਗਾ 1947 ਦੀ ਜਿਹੜੀ ਸੱਤਾ ਤਬਦੀਲੀ ਹੋਈ ਆ ਉਹ ਤੋਂ ਬਾਅਦ ਲਗਾਤਾਰ ਸਿੱਖ ਉਹਨਾਂ ਦੇ ਨਿਸ਼ਾਨੇ ਤੇ ਆ। ਸੋ ਕਿਸੇ ਵੀ ਤਰ੍ਹਾਂ ਵਿਚਾਰਧਾਰਕ ਤੌਰ ਤੇ ਧਾਰਮਿਕ ਰਾਜਨੀਤਿਕ ਤੌਰ ਤੇ ਜਿਹੜਾ ਉਹਨਾਂ ਦੇ ਦੁਆਲੇ ਵਲੇਮਾ ਘੜਿਆ ਜਾ ਰਿਹਾ ਉਹਦਾ ਅੰਤਮ ਇਹ ਆਉਣਾ ਤੇ ਕਿਸੇ ਦਿਨ ਹੋ ਸਕਦਾ 100 ਸਾਲਾਂ ਬਾਅਦ ਜੇ ਉਨੀ ਜਾਗਰਤੀ ਨਾ ਰਹੀ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਜਿਹੜਾ ਹੈਗਾ ਉਹ ਜਿਹੜਾ ਅੰਮ੍ਰਿਤਸਰ ਸਾਹਿਬ ਦਾ ਡੀਸੀ ਹੋਇਆ ਕਰੂਗਾ ਉਹ ਹੋਊਗਾ, ਅਨੰਦਪੁਰ ਸਾਹਿਬ ਦਾ ਜਿਹੜਾ ਰੋਪੜ ਦਾ ਡੀਸੀ ਪੈਂਦਾ ਉਹ ਹੋਇਆ ਕਰੂਗਾ ਤੇ ਦਮਦਮਾ ਸਾਹਿਬ ਦਾ ਬਠਿੰਡੇ ਦਾ ਡੀਸੀ ਜਿਹੜੇ ਗੈਰ ਸਿੱਖ ਹੋਣਗੇ ਕਿਉਂਕਿ ਡੀਸੀ ਤਾਂ ਸਰਕਾਰ ਨੇ ਲਾਉਣੇ ਆ। ਸੋ ਉਹਨਾਂ ਦਾ ਅੰਤਮ ਨਿਸ਼ਾਨਾ ਸਿੱਖ ਸੰਸਥਾਵਾਂ ਨੂੰ ਆਪਣੇ ਅਧੀਨ ਕਰਨ ਦਾ ਹੈ। ਉਹ ਇਹ ਚੁੰਡੀਆਂ ਵੱਢ ਕੇ ਵਾਰ-ਵਾਰ ਦੇਖਦੇ ਨੇ, ਟੈਸਟ ਕਰਦੇ ਨੇ ਪਰ ਉਹਨਾਂ ਦੇ ਮਨ ਦੀ ਇੱਛਾ ਜਿਹੜੀ ਇਹ ਜਿਹੜਾ ਹੈਗਾ ਅਭਿਜੀਤ ਰਾਉਤ ਉਹਦੀ ਜਿਹੜੀ ਨਿਯੁਕਤੀ ਹੋਈ ਆ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਮੁੱਖ ਪ੍ਰਬੰਧਕ ਵਜੋਂ ਉਹ ਸਾਡੇ ਸਾਹਮਣੇ ਹੈਗੀ ਆ। ਹੁਣ ਇਸੇ ਸੰਦਰਭ 'ਚ ਤੁਸੀਂ ਦੇਖੋ ਨਾ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੀ ਇੱਕ ਤਾਕਤ ਆ ਉਹਨੂੰ ਤੋੜਨ ਲਈ ਹਰਿਆਣੇ ਦੀ ਗੁਰਦੁਆਰਾ ਕਮੇਟੀ ਆ ਤੋੜ ਦਿੱਤੀ ਗਈ। ਬੇਸ਼ੱਕ ਉਹਦੇ ਵਿੱਚ ਉਹਨਾਂ ਨੇ ਸਿੱਖ ਲੀਡਰਸ਼ਿਪ ਨੂੰ ਵਰਤਿਆ, ਜਗਦੀਸ਼ ਸਿੰਘ ਝਿੰਡੇ ਤੇ ਬਲਜੀਤ ਸਿੰਘ ਦਾਦੂਵਾਲ ਨੂੰ ਵਰਤ ਕੇ ਪਰੇ ਸੁੱਟ ਦਿੱਤਾ। ਅੱਜ ਮਹੰਤ ਕਰਮਜੀਤ ਸਿੰਘ ਲਾਇਆ, ਕੱਲ ਨੂੰ ਕੋਈ ਗੈਰ ਸਿੱਖ ਹੋਊਗਾ, ਅਭਿਜੀਤ ਰਾਉਤ ਵਰਗਾ ਬੰਦਾ ਹੋਊਗਾ। ਸੋ ਉਹ ਸਲੋਲੀ ਐਂਡ ਸਟੈਡਲੀ ਪ੍ਰੋਗਰੈਸ ਕਰ ਰਹੇ ਆ ਵੀ ਹਰਿਆਣੇ ਦੇ ਗੁਰਦੁਆਰਿਆਂ ਤੇ ਵੀ ਸਾਡਾ ਕਬਜ਼ਾ ਹੋ ਜੇ। ਹੁਣ ਬਾਪੂ ਹਰਦੀਪ ਸਿੰਘ ਡਿਬਡਵਾ ਨੇ ਉਹ ਰਾਜਸਥਾਨ ਲਈ ਨਵੀਂ ਕਮੇਟੀ ਮੰਨ ਰਹੇ ਆ। ਬਿਲਕੁਲ, ਉਹਨਾਂ ਨੇ ਵੀ ਮਨਸ਼ਾ ਇਹੀ ਆ ਸਿੱਖ ਲੀਡਰਸ਼ਿਪ ਦਾ ਵੀ ਮੈਂ ਵੀ ਚੌਧਰੀ ਬਣ ਕੇ ਦਿਖਾਵਾਂ ਸੁਖਬੀਰ ਸਿੰਘ ਬਾਦਲ ਵਾਂਗੂ। ਜਿੱਦਾਂ ਸੁਖਬੀਰ ਸਿੰਘ ਬਾਦਲ ਤੇ ਹਰਜਿੰਦਰ ਸਿੰਘ ਧਾਮੀ ਦੀਆਂ ਗੱਡੀਆਂ ਘੂਕਦੀਆਂ ਫਿਰਦੀਆਂ, ਉਹ ਇੱਛਾ ਸਾਡੇ 'ਚ ਵੀ ਜਾਗਦੀ ਆ। ਸਾਡੇ 'ਚੋਂ ਗੁਰਬਾਣੀ ਨਾਲ ਪ੍ਰੇਮ ਨਹੀਂ ਹੈਗਾ, ਸਾਨੂੰ ਆਇਆ ਵੀ ਮੁੱਖ ਮੰਤਰੀ ਦੇ ਬਰਾਬਰ ਮੇਰੀ ਗੱਡੀ ਵੀ ਘੂਕਦੀ ਹੋਵੇ। ਉਹ ਆਪਣੀ ਜਿਹੜੀ ਨਿੱਜੀ ਲਾਲਸਾ ਔਰ ਲਾਲਚ ਆ ਸਿੱਖ ਲੀਡਰਸ਼ਿਪ ਉਹਨੂੰ ਪੱਠੇ ਪਾਉਣ ਲਈ ਸਿਧਾਂਤਕ ਤੌਰ ਤੇ ਕਿੰਨਾ ਨੁਕਸਾਨ ਕਰ ਰਹੀ ਹੈ ਸਿੱਖਾਂ ਦਾ। ਹੁਣ ਜਗਦੀਸ਼ ਸਿੰਘ ਝਿੰਡਾ ਤੇ ਬਲਜੀਤ ਸਿੰਘ ਦਾਦੂਵਾਲ ਨੇ ਅੱਡੀ ਚੋਟੀ ਦਾ ਜ਼ੋਰ ਲਾਇਆ, ਹਰਿਆਣੇ ਦੀ ਕਮੇਟੀ ਰਹੀ ਹੈ ਨਾ, ਤੇ ਅੱਜ ਉਹ ਕਿੱਥੇ ਖੜੇ ਨੇ? ਅਗਲਿਆਂ ਨੇ ਭਗਾ ਕੇ ਮਾਰੇ ਤੇ ਕੱਲ ਨੂੰ ਆ ਜਿਹੜਾ ਅੱਜ ਮਹੰਤ ਕਰਮਜੀਤ ਸਿੰਘ ਆ ਤੇ ਕੱਲ ਨੂੰ ਕੋਈ ਹਿੰਦੂ ਭਗਤ ਵੀ ਹੋ ਸਕਦਾ। ਇਸੇ ਤਰ੍ਹਾਂ ਰਾਜਸਥਾਨ 'ਚ ਹੋਊਗਾ। ਬਾਪੂ ਹਰਦੀਪ ਸਿੰਘ ਡਿਬਡਵਾ ਤਾਂ ਆਪਣੀ ਜਿਹੜੀ ਉਮਰ ਪੁਗਾ ਕੇ ਚਲੇ ਜਾਣਗੇ ਪਰ ਜਿਹੜਾ ਉਹ ਸੇਧ ਦਾ ਤੱਕੜਾ ਕੱਢ ਕੇ ਜਾਣਗੇ ਰਾਜਸਥਾਨ ਦੇ ਗੁਰਦੁਆਰਾ ਕਮੇਟੀ 'ਚ, ਉਹ ਮੁੜ ਕੇ ਸਿੱਖਾਂ ਨੂੰ ਕਹਿੰਦਾ ਵੀ ਆਪਣਾ ਲਹੂ ਦੇ ਕੇ ਉਹ ਕਰਨਾ ਪਊਗਾ। ਸੋ ਉਹਦੇ 'ਚ ਅਕਾਲੀ ਲੀਡਰਸ਼ਿਪ ਦੀਆਂ ਵੀ ਕਮਜ਼ੋਰੀਆਂ ਨੇ। ਅਕਾਲੀ ਲੀਡਰਸ਼ਿਪ ਨੇ ਰਾਜਨੀਤੀ ਵਿੱਚ ਆ ਕੇ
ਸਿੱਖ ਸਿਧਾਂਤਾਂ ਦਾ ਜੋ ਘਾਣ ਕਰਿਆ ਉਹਦਾ ਮੌਕਾ ਉਠਾ ਕੇ ਕੁਛ ਜਿਹੜੇ ਨੁਕਰੇ ਲਾਏ ਹੋਏ ਸਿੱਖ ਲੀਡਰ ਸੀ ਉਹਨਾਂ ਨੂੰ ਮੌਕਾ ਮਿਲਿਆ ਵੱਖਰੀਆਂ ਟੁੱਟਵੀਆਂ ਗੁਰਦੁਆਰਾ ਕਮੇਟੀਆਂ ਬਣਾਉਣ ਦਾ। ਹੁਣ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਵੀ ਇੰਡਾਇਰੈਕਟਲੀ ਭਾਜਪਾ ਦਾ ਹੀ ਕਬਜ਼ਾ ਨਾ, ਹਨਾ। ਉਹ ਤਾਂ ਉਹਦੇ 'ਚ ਆਪਾਂ ਦੇਖਿਆ ਵੀ ਇਹ ਜਦੋਂ ਮਸਲਾ ਹੋਇਆ ਤੇ ਕੋਈ ਬੋਲਿਆ ਵੀ ਨਹੀਂ ਹੈਗਾ, ਖਾਸ ਕਰਕੇ ਭਾਜਪਾ ਪੱਖੀ ਸਿੱਖ ਜਿਹੜਾ ਉਹ ਇੰਨਾ ਜ਼ਿਆਦਾ ਨਹੀਂ ਸਾਹਮਣੇ ਆਇਆ, ਉਹਨਾਂ ਦੇ ਕੋਈ ਬਿਆਨ ਨਹੀਂ ਆਇਆ। ਚਲੋ ਹੁਣ ਇਹ ਗੱਲ ਤੇ ਹੈਗੀ ਆ ਵੀ ਅਕਾਲੀ ਦਲ ਬਾਦਲ ਤੇ ਭਾਜਪਾ ਦਾ ਗੱਠਜੋੜ ਨਹੀਂ ਹੈਗਾ, ਨਹੀਂ ਮੇਰਾ ਖਿਆਲ ਇਧਰਲੇ ਵਾਲੇ ਹਾਂਜੀ ਇਹਨਾਂ ਨੇ ਵੀ ਨਹੀਂ ਸੀ ਬੋਲਣਾ ਵੀ ਕਿਤੇ ਨਾ ਕਿਤੇ ਚੁੱਪ ਹੋ ਜਾਣਾ। ਪਹਿਲਾਂ ਵੀ ਜਿਹੜਾ ਲਾਇਆ ਸੀ ਤਾਰਾ ਸਿੰਘ ਨਾਂ ਦਾ ਮੇਰਾ ਖਿਆਲ ਉਹ ਵੀ ਇੱਕ ਦਸਤਾਰ ਹੀ ਸਜਾਈ ਹੋਈ ਸੀ, ਬਾਕੀ ਸਾਰਾ ਕੁਝ ਉਹੀ ਸੀਗਾ, ਹਨਾ। ਬਿਲਕੁਲ। ਸੋ ਇਸ ਤਰ੍ਹਾਂ ਉਹਨਾਂ ਦਾ ਅੰਤਮ ਨਿਸ਼ਾਨਾ ਸਿੱਖ ਕੌਮ ਬਿਲਕੁਲ ਸਪਸ਼ਟ ਤੌਰ ਤੇ ਸਮਝ ਲਵੇ ਵੀ ਉਹਨਾਂ ਦਾ ਅੰਤਮ ਨਿਸ਼ਾਨਾ ਸਾਰੇ ਜਿਹੜੇ ਹਜ਼ੂਰ ਸਾਹਿਬ ਪੰਜੇ ਤਖਤ ਨੇ ਉਹਨਾਂ ਦੇ ਮੁੱਖ ਪ੍ਰਬੰਧਕ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁਖੀ ਆ ਉਹ ਜਿਹੜਾ ਗੈਰ ਸਿੱਖ ਨੂੰ ਲਾਉਣਾ, ਚਾਹੇ 100 ਸਾਲ ਨੂੰ ਹੋਵੇ ਜਾਂ 200 ਸਾਲ ਨੂੰ ਹੋਵੇ। ਸੋ ਸਿੱਖ ਇਸ ਗੱਲ ਨੂੰ ਆਪਣੇ ਮਨ ਵਿੱਚ ਰੱਖਣ ਵੀ ਅਸੀਂ ਇਹ ਹੋਣ ਦੇਣਾ ਜਾਂ ਨਹੀਂ ਹੋਣ ਦੇਣਾ। ਅਸੀਂ ਆਪਣੇ ਜਿਹੜੇ ਨਿੱਜੀ ਗਿਲੇ ਸ਼ਿਕਵੇ ਆ ਛੋਟੇ ਛੋਟੇ ਉਹਨਾਂ ਨੂੰ ਪ੍ਰਮੁੱਖ ਰੱਖਣਾ ਜਾਂ ਜਿਹੜੀ ਗੁਰੂ ਦੀ ਗੱਲ ਆ ਉਹਨੂੰ ਪ੍ਰਮੁੱਖ ਰੱਖਣਾ, ਔਰ ਗੁਰੂ ਸਾਹਿਬ ਦੇ ਸਿਧਾਂਤ ਨੂੰ ਬਚਾਈ ਰੱਖਣ ਲਈ ਅਸੀਂ ਆਪਣੀਆਂ ਨਿੱਜੀ ਰੰਜਿਸ਼ਾਂ ਨੂੰ ਪਿੱਛੇ ਪਾਉਣਾ ਜਾਂ ਉਹਨਾਂ ਨੂੰ ਹੀ ਅੱਗੇ ਲਿਆ ਕੇ ਗੁਰੂ ਸਾਹਿਬ ਦੇ ਸਿਧਾਂਤ ਦਾ ਕਤਲ ਕਰਨਾ। ਸੋ ਇਹ ਸਿੱਖਾਂ ਲਈ ਚੁਣੌਤੀ ਆ, ਖਾਲਸਾ ਪੰਥ ਲਈ ਚੁਣੌਤੀ ਆ। ਜਿੰਨੇ ਉਹ ਗੁਰੂ ਦੇ ਪੁੱਤਰ ਬਣ ਕੇ ਰਹਿਣਗੇ, ਬੱਚੇ ਬੱਚੀਆਂ ਬਣ ਕੇ ਰਹਿਣਗੇ, ਗੁਰੂ ਦੇ ਸਿਧਾਂਤ ਨਾਲ ਏਕਤਾ ਰੱਖਣਗੇ, ਉਨਾ ਲੰਬਾ ਸਮਾਂ ਪੈ ਜਾਵੇਗਾ ਸਰਕਾਰਾਂ ਨੂੰ ਐਕਟ ਕਰਨ ਲਈ, ਵਰਨਾ ਬਹੁਤ ਛੇਤੀ ਹੋ ਸਕਦਾ ਸਾਡੇ ਜਿਉਂਦੇ ਜਿਉ ਇਸ ਤਰ੍ਹਾਂ ਦਾ ਜਿਹੜਾ ਹੋ ਜਾਵੇ। ਬਿਲਕੁਲ ਜੀ, ਕਿਤੇ ਨਾ ਕਿਤੇ ਸਾਨੂੰ ਜਿਹੜਾ ਇਹ ਸਿੱਖਣਾ ਪਵੇਗਾ, ਦੁਬਾਰਾ ਆਪਣੇ ਇਤਿਹਾਸ ਵੱਲ ਝਾਤੀ ਮਾਰਨੀ ਪਵੇਗੀ। 18ਵੀਂ ਸਦੀ ਦੇ ਸਿੱਖਾਂ ਦਾ ਉਹ ਇਤਿਹਾਸ ਪੜ੍ਹਨਾ ਪਵੇਗਾ ਜਦੋਂ ਸਿੱਖ ਜੰਗਲਾਂ ਦੇ ਵਿੱਚ ਰਹਿੰਦੇ ਸੀ, ਉਹਨਾਂ ਦੇ ਕੋਲ ਕੁਛ ਨਹੀਂ ਸੀ ਸਿਵਾਏ ਗੁਰੂ ਦੇ ਦਿੱਤੇ ਹੋਏ ਬਚਨ ਤੋਂ ਇਲਾਵਾ ਉਹਨਾਂ ਦੇ ਕੋਲ ਕੋਈ ਪ੍ਰਾਪਰਟੀ ਨਹੀਂ ਸੀ, ਘੋੜਿਆਂ ਦੀਆਂ ਕਾਠੀਆਂ ਤੇ ਸੌਂਦੇ ਸੀ। ਤੇ ਉਹ ਸਮਾਂ ਕੱਢ ਕੇ ਸਿੱਖਾਂ ਨੇ ਅੱਜ ਸਾਨੂੰ ਇੱਥੇ ਪਹੁੰਚਾਇਆ ਹੈਗਾ। ਤੇ ਜੇ ਅੱਜ ਅਸੀਂ ਦੁਬਾਰਾ ਜਿਹੜਾ ਹੈ ਉਸੇ ਹੀ ਗੁਲਾਮੀ ਦੇ ਵੱਲ ਜਾਣਾ ਹੈ ਤੇ ਫਿਰ ਇਹੋ ਜਿਹੀਆਂ ਕੋਠੀਆਂ, ਇਹੋ ਜਿਹੀਆਂ ਕਾਰਾਂ, ਜਾਂ ਆਪਾਂ ਗਈ ਕਿ ਇਹੋ ਜਿਹੇ ਜਿਹੜੀਆਂ ਅੱਗੇ ਉੱਤੇ ਲਾਈਟਾਂ ਲੱਗੀਆਂ ਗੱਡੀਆਂ ਦੀਆਂ, ਇਹ ਵਾਲੇ ਲਾਲਚ ਜਿਹੜੇ ਨੇ ਸਾਨੂੰ ਕਿਤੇ ਵੀ ਲੈ ਕੇ ਨਹੀਂ ਜਾਣਗੇ। ਅਸੀਂ ਗੁਰੂ ਤੋਂ ਜਿਹੜਾ ਹੈ ਪੂਰੇ ਤਰੀਕੇ ਦੇ ਨਾਲ ਬੇਮੁਖ ਹੋ ਜਾਵਾਂਗੇ। ਹੁਣ ਗੱਲਬਾਤ ਕਰ ਲੈਂਦੇ ਆ ਭਾਈ ਹਰਜਿੰਦਰ ਸਿੰਘ ਧਾਮੀ ਹੁਣਾਂ ਦੀ। ਉਹਨਾਂ ਦੇ ਵੱਲੋਂ ਘੱਟ ਗਿਣਤੀ ਕਮਿਸ਼ਨ ਦੇ ਜਿਹੜੇ ਚੇਅਰਮੈਨ ਹੈਗੇ ਨੇ ਇਕਬਾਲ ਸਿੰਘ ਲਾਲਪੁਰਾ, ਉਹਨਾਂ ਤੇ ਕੁਝ ਦੋਸ਼ ਲਗਾਏ ਗਏ ਨੇ। ਉਹਨਾਂ ਨੇ ਕਿਹਾ ਕਿ ਜ਼ਿੰਮੇਵਾਰੀਆਂ ਦੀਆਂ ਜਿਹੜੀਆਂ ਹੱਦਬੰਦੀਆਂ ਪਾਰ ਕਰਕੇ ਜਿਹੜਾ ਹੈਗਾ ਸਿੱਖਾਂ ਦੇ ਧਾਰਮਿਕ ਮਸਲਿਆਂ ਦੇ ਵਿੱਚ ਦਖਲ ਦੇ ਰਹੇ ਨੇ। ਕਿਹੜੀ ਗੱਲ ਤੋਂ ਇਹ ਗੱਲ ਕਹੀ ਹੈਗੀ ਹੈ? ਇੱਕ ਤਾਂ ਆਹੀ ਜਿਹੜਾ ਮਹਾਰਾਸ਼ਟਰ ਵਾਲੇ ਗੁਰਦੁਆਰਾ ਪ੍ਰਬੰਧ ਦਾ ਹੋਇਆ ਸੀ, ਉਹ ਤੋਂ ਬਿਨਾਂ ਵੀ ਉਹ ਜਿਸ ਤਰ੍ਹਾਂ ਇੰਡਾਇਰੈਕਟਲੀ ਉਹਨਾਂ ਨੇ ਅਟੈਕ ਕਰਿਆ ਹੈਗਾ ਵੀ ਉਹ ਧਾਰਮਿਕ ਮਾਮਲਿਆਂ ਵਿੱਚ ਦਖਲਅੰਦਾਜ਼ੀ ਦੇ ਰਹੇ। ਜਿਸ ਤਰ੍ਹਾਂ ਹਰਿਆਣੇ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਵਿੱਚ ਲਗਾਤਾਰ ਦੱਸਿਆ ਜਾਂਦਾ ਵੀ ਉਹਨਾਂ ਦਾ ਕਾਫੀ ਵੱਡਾ ਹਿੱਸਾ ਰਿਹਾ। ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਾਉਣ ਜਾਂ ਨਾ ਕਰਾਉਣ ਜਾਂ ਇਸ ਸੰਦਰਭ ਵਿੱਚ ਹੋਰ ਜਿਹੜੀਆਂ ਸਰਕਾਰ ਨੂੰ ਸਲਾਹਾਂ ਦਿੰਦੇ ਆ, ਸੋ ਦੋਸ਼ ਲਾਇਆ ਜਾਂਦਾ ਵੀ ਇਕਬਾਲ ਸਿੰਘ ਲਾਲਪੁਰਾ ਹੀ ਦਿੰਦੇ ਆ, ਕਿਉਂਕਿ ਇੱਕ ਪੁਲਿਸ ਆਫੀਸਰ ਸੀ। ਸੋ ਪੰਜਾਬ ਪੁਲਿਸ ਵਿੱਚ ਹੋਣ ਦੌਰਾਨ ਉਹਨਾਂ ਦੀ ਮੁੱਖ ਡਿਊਟੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਤੇ ਦਮਦਮੀ ਟਕਸਾਲ ਨੂੰ ਸਾਂਭਣ ਤੇ ਲੱਗੀ ਹੋਈ ਸੀ। ਸੋ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਲੀਡਰਸ਼ਿਪ ਨੂੰ ਡਰਾਉਣਾ ਧਮਕਾਉਣਾ, ਇਸੇ ਤਰ੍ਹਾਂ ਦਮਦਮੀ ਟਕਸਾਲ ਦੀ ਲੀਡਰਸ਼ਿਪ ਨੂੰ ਡਰਾਉਣਾ ਧਮਕਾਉਣਾ ਕਿ ਉਹ ਪੰਥਕ ਜਜ਼ਬੇ ਦੀ ਗੱਲ ਨਾ ਕਰਨ, ਉੱਦਾਂ ਜਿਹੜਾ ਹੈਗਾ ਬਾਣੀ ਪੜ੍ਹ ਦੇਣ, ਪਾਠ ਪੂਜਾ ਕਰਦੇ ਰਹਿਣ, ਕੀਰਤਨ ਦਰਬਾਰ ਕਰਦੇ ਰਹਿਣ, ਪਰ ਉਹਦੇ ਵਿੱਚੋਂ ਜਿਹੜੀ ਇੱਕ ਕੌਮੀ ਅਗਵਾਈ ਆ, ਸੋ ਗੁਰਬਾਣੀ ਦੇ ਆਧਾਰ ਤੇ ਕੌਮੀ ਜਜ਼ਬਾ ਤੇ ਕੌਮੀ ਅਗਵਾਈ ਜਿਸ ਤਰ੍ਹਾਂ ਸੰਤ ਕਰਤਾਰ ਸਿੰਘ ਨੇ ਜਾਂ ਸੰਤ ਜਰਨੈਲ ਸਿੰਘ ਨੇ ਪੈਦਾ ਕਰੀ, ਵੀ ਉਹ ਨਾ ਜਾਵੇ। ਤੁਸੀਂ ਪਾਠ ਪੂਜਾ ਕਰੋ, ਆਪਣਾ ਨਿਤਨੇਮ ਕਰਕੇ ਬਸ ਪ੍ਰਸ਼ਾਦਾ ਛਕ ਕੇ ਸੌਂ ਜਾਓ, ਹਨਾ। ਸੋ ਉਹਨਾਂ ਦਾ ਮੁੱਖ ਕੰਮ ਖਾੜਕੂ ਲਹਿਰ ਦੌਰਾਨ ਉਹਨਾਂ ਨੇ ਦਮਦਮੀ ਟਕਸਾਲ ਤੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੂੰ ਜਿਸ ਤਰ੍ਹਾਂ ਆਪਣੇ ਕਬਜ਼ੇ 'ਚ ਰੱਖਿਆ, ਉਹਦੀ ਲੀਡਰਸ਼ਿਪ ਕਿਹੜਾ ਬੰਦਾ ਫੜਨਾ, ਕਿਹਨੂੰ ਕੁੱਟਣਾ, ਕਿਹਨੂੰ ਜੇਲ੍ਹ ਪਾ ਦੇਣੀ ਆ, ਕਿਹਨੂੰ ਫਿਰ ਪਤਿਆ ਕੇ ਆਪਣੇ ਨਾਲ ਲਾ ਲੈਣਾ, ਇਸੇ ਤਰ੍ਹਾਂ ਦਮਦਮੀ ਟਕਸਾਲ ਦਾ। ਸੋ ਬਹੁਤ ਸਾਰੇ ਜਿਹੜੇ ਸੱਜਣ ਈਵਨ ਦਮਦਮੀ ਟਕਸਾਲ ਵਾਲ ਫੈਡਰੇਸ਼ਨ ਨਾਲ ਸੰਬੰਧਿਤ ਬਾਹਰਲੇ ਮੁਲਕਾਂ 'ਚ ਵੀ ਗਏ ਆ। ਇਹ ਵੀ ਦੋਸ਼ ਲੱਗਦਾ ਵੀ ਇਹਨਾਂ ਦੀ ਮਿਹਰਬਾਨੀ ਹੈ, ਇਹਨਾਂ ਦੀ ਮਿਲੀ ਭੁਗਤ ਨਾਲ ਉਹਨਾਂ ਨੇ ਬਾਹਰ ਕੱਢਿਆ ਵੀ ਜਿਨ੍ਹਾਂ ਵਿੱਚ ਜ਼ਿਆਦਾ ਸੀਗਾ ਜਜ਼ਬਾ ਵੀ ਉਹਨਾਂ ਨੂੰ ਬਾਹਰ ਕਰ ਦਿੱਤਾ ਜਾਵੇ। ਸੋ ਇਕਬਾਲ ਸਿੰਘ ਲਾਲਪੁਰਾ ਸਿੱਖ ਰਾਜਨੀਤੀ ਤੋਂ ਬਹੁਤ ਡੂੰਘੀ ਤਰ੍ਹਾਂ ਜਾਣੂ ਨੇ, ਇਸੇ ਕਰਕੇ ਉਹਨਾਂ ਨੂੰ ਦਿੱਲੀ ਬਿਠਾਇਆ ਗਿਆ ਜੀ, ਕਿਉਂਕਿ ਇੰਟੈਲੀਜੈਂਸ ਨੂੰ ਸਮੇਂ-ਸਮੇਂ ਤੇ ਲੋੜ ਪੈਂਦੀ ਹੈ ਉਹਨਾਂ ਦੀ ਸਲਾਹ ਲੈਣ ਲਈ। ਸੋ ਕੌਮੀ ਘੱਟ ਗਿਣਤੀ ਦਾ ਚੇਅਰਮੈਨ ਲਾ ਕੇ ਉਹਨਾਂ ਨੂੰ ਦਿੱਲੀ ਇਸੇ ਕਰਕੇ ਬਿਠਾਇਆ ਗਿਆ ਵੀ ਉਹ ਲਗਾਤਾਰ ਜਿਹੜੀ ਸਲਾਹ ਦਿੰਦੇ ਰਹਿਣ ਜਾਂ ਜਿਹੜੀ ਇਸ ਤਰ੍ਹਾਂ ਦੀਆਂ ਦਖਲਅੰਦਾਜ਼ੀਆਂ ਕਰਨੀਆਂ, ਪ੍ਰੋਸ ਐਂਡ ਕੌਨਸ ਵੀ ਕੀ ਚੰਗਾ ਕੀ ਮਾੜਾ, ਫਿਰ ਉਹਦੇ 'ਚ ਉਹ ਆਪਣੀ ਰਾਜਨੀਤਿਕ ਆਪਣੀ ਪੁਲਿਸ ਵਾਲੀ ਬਿਰਤੀ ਤੇ ਉਹ ਜਿਹੜੀ ਸਾਰੀ ਮਾਈਂਡ ਸੈਟਿੰਗ ਹੋਈ ਆ 1984 ਤੋਂ ਬਾਅਦ ਦੀ, ਉਹਨੂੰ ਉਹ ਪਤਿਆ ਲਏ ਨੇ। ਸੋ ਇਸ ਕਰਕੇ ਹਰਜਿੰਦਰ ਸਿੰਘ ਧਾਮੀ ਦਾ ਦੋਸ਼ ਲਾਉਣਾ ਸਾਨੂੰ ਲੱਗਦਾ ਵੀ ਗਲਤ ਨਹੀਂ ਹੈ। ਕਾਫੀ ਜ਼ਿਆਦਾ ਜਿਹੜੀਆਂ ਦਖਲਅੰਦਾਜ਼ੀਆਂ ਨੇ ਸਿੱਖ ਸੰਸਥਾਵਾਂ 'ਚ ਉਹ ਹੋ ਰਹੀਆਂ, ਕੌਮੀ ਘੱਟ ਗਿਣਤੀ ਕਮਿਸ਼ਨ ਵੱਲੋਂ ਵੀ ਤੇ ਹੋਰ ਬਹੁਤ ਸਾਰੀਆਂ ਸੰਸਥਾਵਾਂ ਸਰਕਾਰਾਂ ਵੱਲੋਂ ਵੀ ਕਿਤੇ ਨਾ ਕਿਤੇ ਜਿਹੜੀ ਦਖਲਅੰਦਾਜ਼ੀ ਆਈ ਜਿਹੜੀ ਆ ਹੁੰਦੀ ਰਹਿੰਦੀ ਹੈ, ਚਾਹੇ ਪੰਜਾਬ ਸਰਕਾਰ ਵੱਲੋਂ ਹੋਵੇ ਜਾਂ ਆਪਾਂ ਕਹੀ ਕਿ ਜਿਹੜਾ ਹੈ ਹੁਣ ਭਾਜਪਾ ਦੀ ਸਰਕਾਰ ਵੱਲੋਂ ਜੋ ਕੁਝ ਮਹਾਰਾਸ਼ਟਰ ਦੇ ਵਿੱਚ ਕੀਤਾ ਗਿਆ ਉਹ ਵੀ ਆਪਾਂ ਦੇਖਿਆ ਹੈਗਾ।